ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਬਲ ਬਲ ਜਾਉ ਰਮਈਆ ਕਰਨੇ ਕਰਨ ਕਵਨ ਅਬੋਲ। ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਸਾਹਿਬ ਜੀਓ। ਜਾ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ। ਕਾਹੂ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ। ਕਹੁ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਤਿੰਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਦੀਨ ਦੁਨੀ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸਰੀਰ ਜੀਵ ਦੇ ਨਾਲ ਨਿਭਣ ਵਾਲੇ ਸ਼ਬਦ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਅਸੀਂ ਸਤਿਗੁਰੂ ਦੇ ਬਚਨਾਂ ਨੂੰ ਪੜ੍ਹਦੇ ਸੁਣਦੇ ਆਪਣੇ ਪਾਰ ਉਤਾਰੇ ਲਈ ਆ ਰਹੇ ਹਾਂ। ਕਿਰਪਾਲੂ ਦਿਆਲੂ ਸਤਿਗੁਰੂ ਸਾਡੇ ਜੀਵਾਂ ਦੀ ਹਾਲਤ ਨੂੰ ਤੱਕ ਕੇ ਤਰਸ ਕਰਕੇ ਸਾਨੂੰ ਇਸ ਭਵਜਲ ਤੋਂ ਤਰਨ ਵਾਸਤੇ ਇਸ ਸੰਸਾਰ ਦੀ ਦਲਦਲ ਚੋਂ ਬਾਹਰ ਨਿਕਲਣ ਵਾਸਤੇ ਢੰਗ ਦੱਸਦੇ ਨੇ, ਤਰੀਕਾ ਦੱਸਦੇ ਨੇ।
ਮੰਜ਼ਲ ਨੂੰ ਸਰ ਕਰਨ ਲਈ ਇਹਦੇ ਵਿੱਚੋਂ ਬਾਹਰ ਕੱਢ ਕੇ ਤੇ ਸਾਨੂੰ ਸਾਫ਼ ਸੁਥਰਾ ਮਾਰਗ ਦੱਸਦੇ ਨੇ, ਜਿਹਦੇ ਤੇ ਚੱਲ ਕੇ ਅਸੀਂ ਮਾਲਕ ਤੱਕ ਪਹੁੰਚਣਾ ਹੈ। ਮਹਾਰਾਜ ਰਹਿਮਤਾਂ ਦੀ ਘਰ ਵਿੱਚ ਆਏ ਧੁਰ ਦਰਗਾਹੀ ਨਿਰਗੁਣ ਸਰੂਪ ਦੇ ਜੋ ਬਚਨ ਨੇ, ਉਹ ਸਾਨੂੰ ਸੰਸਾਰੀਆਂ ਨੂੰ ਕਲਿਆਣ ਕਰਨ ਵਾਸਤੇ ਸਰਗੁਣ ਦੇ ਵਿੱਚ ਬਖਸ਼ਿਸ਼ ਕੀਤੇ ਨੇ। ਉਹ 52 ਪਵਿੱਤਰ ਬਾਣੀ ਸਰੂਪ ਬਚਨ, ਜਿਨ੍ਹਾਂ ਦੀ ਲੜੀਵਾਰ ਚੱਲਦੀ ਹੋਈ ਵਿਚਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1427 ਅੰਗ ਦੇ ਉੱਪਰ ਅੱਜ ਦੀ ਵਿਚਾਰ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਰਨ ਕਾਰਨ ਕਾਦਰ ਸਮਰੱਥ ਗੁਰੂ ਜੀ, ਤਿੰਨਾਂ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ ਹੋਏ ਨੇ। 9ਵੇਂ ਮਹੱਲੇ ਦੇ ਸ਼ਲੋਕਾਂ ਦੇ ਸਰਲੇਖ ਹੇਠ ਮਹਾਰਾਜ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਦੁਆਰਾ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਖਿਰਲੀ ਰਚਨਾ ਹੈ, ਜਿਹਦੇ ਅੰਦਰ ਜਗਤ ਨੂੰ ਮਹਾਰਾਜ ਨੇ ਦਰਸਾਇਆ ਜੀਵਾਂ ਨੂੰ ਵੈਰਾਗ ਦਾ ਉਪਦੇਸ਼ ਦਿੰਦੇ ਆ ਕਿ ਕਿਤੇ ਪਕੜ ਨੂੰ, ਜਕੜ ਨੂੰ, ਮਮਤਾ ਨੂੰ, ਹੰਗਤਾ ਨੂੰ ਇਹ ਤਿਆਗ ਸਕਣ। ਇਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਸੰਸਾਰ ਤੇ ਕਿਸੇ ਨੇ ਨਹੀਂ ਰਹਿਣਾ। ਇੱਥੇ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੇ ਸਥਿਰਤਾ ਨਹੀਂ ਮੰਨਣੀ, ਸਾਰਿਆਂ ਨੇ ਚਲੇ ਜਾਣਾ ਹੈ। ਉਹ ਉਪਦੇਸ਼ ਦਿੰਦਿਆਂ ਅੱਜ ਸੱਚੀ ਸਰਕਾਰ ਦੀ ਰਹਿਮਤ ਦੇ ਸਦਕਾ ਔਰ ਕਿਰਪਾਲੂ ਦਿਆਲੂ ਸਤਿਗੁਰੂ ਕਿਰਪਾਲਤਾ ਕਰਦੇ ਨੇ। ਅੱਜ 27ਵੇਂ ਸ਼ਲੋਕ ਦੀ ਜਿਹੜੀ ਵਿਚਾਰ ਆਰੰਭ ਹੁੰਦੀ। ਮਹਾਰਾਜ ਸੱਚੀ ਸਰਕਾਰ ਦੀਨ ਦੁਨੀ ਦੇ ਮਾਲਕ ਸਾਡੇ ਤੇ ਕਿਰਪਾਲਤਾ ਕਰਦੇ ਨੇ, ਸਾਨੂੰ ਪਾਵਨ ਪਵਿੱਤਰ ਬਚਨਾਂ ਦੇ ਦੁਆਰਾ ਬਖਸ਼ਿਸ਼ ਪੈ ਕਰਦੇ। ਮਹਾਰਾਜ ਕਿਰਪਾ ਦੀ ਘਰ ਵਿੱਚ ਆਉਂਦੇ ਨੇ ਕਿ ਇਹ ਜੀਵ ਸੰਸਾਰ ਦੇ ਵਿੱਚ ਆ ਕਰਕੇ ਇਹਦਾ ਇੱਕੋ ਪ੍ਰਯੋਜਨ ਹੈ, ਇੱਕੋ ਇਹਦਾ ਲਕਸ਼ ਆਪਣਾ ਬਣਾਈ ਬੈਠਾ ਹੈ ਕਿ ਕਿਵੇਂ ਨਾ ਕਿਵੇਂ ਮੈਨੂੰ ਸੁੱਖ ਮਿਲ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਹਾਂ ਤੇਰੀ ਇਹ ਵੀ ਇੱਛਾ ਪੂਰੀ ਹੋ ਜਾਵੇਗੀ, ਤੂੰ ਸੁੱਖ ਲੋਚਦਾ ਹੈ, ਤੈਨੂੰ ਸੁੱਖ ਵੀ ਮਿਲ ਜਾਏਗਾ। ਮਹਾਰਾਜ ਨੇ ਇਹ ਨਹੀਂ ਕਿਹਾ ਕਿ ਤੂੰ ਸੁੱਖ ਲੋਚਦਾ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਤੂੰ ਆ ਤਾਂ ਸਹੀ, ਜਪ ਤਾਂ ਸਹੀ, ਮਾਰਗ ਵੱਲ ਨੂੰ ਤੁਰ ਤਾਂ ਸਹੀ। ਮਹਾਰਾਜ ਕਹਿੰਦੇ ਜਿਵੇਂ ਜਿਵੇਂ ਤੁਰੇਗਾ ਉਵੇਂ ਉਵੇਂ ਸਕੂਨ ਮਿਲੇਗਾ। ਜਿਵੇਂ ਗਰਮੀ ਦਾ ਭੰਨਿਆ ਹੋਇਆ ਆਦਮੀ ਹੋਵੇ, ਗਰਮੀ ਦੇ ਨਾਲ ਬੜਾ ਤੜਫ ਰਿਹਾ ਹੋਵੇ ਔਰ ਅੰਦਰ ਦੀ ਪਿਆਸ ਹੋਵੇ, ਬਾਹਰੋਂ ਤਪਸ਼ ਪਈ ਸਤਾਵੇ, ਜਿਵੇਂ ਜਿਵੇਂ ਉਹ ਠੰਡੇ ਇਲਾਕੇ ਵੱਲ ਨੂੰ ਤੁਰੇਗਾ, ਠੰਡੀਆਂ ਹਵਾਵਾਂ ਆਉਣ ਲੱਗ ਪੈਣਗੀਆਂ, ਉਹਨੂੰ ਸਕੂਨ ਮਿਲਣ ਲੱਗ ਜਾਏਗਾ। ਜਦੋਂ ਜਾ ਕੇ ਕਿਤੇ ਠੰਡਾ ਜਲ ਛਕ ਲਵੇਗਾ, ਇੱਕ ਠੰਡੀ ਹਵਾ ਲੱਗੇਗੀ, ਉਹਦਾ ਤਨ ਵੀ ਠੰਡਾ ਹੋ ਜਾਵੇਗਾ ਤੇ ਮਨ ਵੀ ਠੰਡਾ ਹੋ ਜਾਵੇਗਾ। ਮਹਾਰਾਜ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਔਰ ਤਨ ਕਰਕੇ ਤਪਸ਼ ਸਤਾਉਂਦੀ ਏ ਔਰ ਬਾਹਰੋਂ ਜਿਹੜੀ ਠੰਡੀ ਹਵਾ ਆਈ ਤਨ ਵੀ ਸੁਖੀ। ਮਨ ਦੇ ਅੰਦਰ ਬਿਬਲਤਾਈ ਤੜਫ ਪਿਆਸ ਸਤਾਉਂਦੀ ਏ, ਨਾਮ ਜਲ ਨੂੰ ਠੰਡੇ ਨੂੰ ਛਕ ਕੇ ਔਰ ਉਹ ਵੀ ਅੰਦਰ ਸ਼ੀਤਲਤਾ ਆਈ ਆ। ਕਲ ਤਾਤੀ ਠੰਡਾ ਹਰ ਨਾਓ। ਜੇ ਆਦਮੀ ਤਪਸ਼ ਦਾ ਭੰਨਿਆ ਹੋਇਆ ਠੰਡੀ ਛਾਵੇਂ ਚਲਾ ਜਾਵੇ, ਕਹਿੰਦਾ ਬੜਾ ਸੁੱਖ ਮਿਲਿਆ ਹੈ। ਬੜੇ ਦੁਖੀ ਹੋਏ ਪਏ ਸਾਂ ਗਰਮੀ 'ਚ,
ਠੰਡਾ ਪਾਣੀ ਮਿਲ ਗਿਆ ਹੈ, ਕਹਿੰਦਾ ਬਹੁਤ ਹੀ ਸੁੱਖ ਹੋ ਗਿਆ ਹੈ। ਮਹਾਰਾਜ ਕਹਿੰਦੇ ਤੂੰ ਸੁੱਖ ਚਾਹੁੰਦਾ ਹੈ, ਤੈਨੂੰ ਇਹ ਨਹੀਂ ਕਿ ਦੁੱਖ ਮਿਲੇਗਾ, ਤੂੰ ਭਲਿਆ ਆ ਤਾਂ ਸਹੀ, ਤੈਨੂੰ ਸੁੱਖ ਵੀ ਮਿਲ ਜਾਏਗਾ। ਮਹਾਰਾਜ ਕਹਿੰਦੇ ਜੋ ਸੁਖ ਕੋ ਚਾਹੈ ਸਦਾ, ਔਰ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ। ਕਹਿਣ ਲੱਗੇ ਜੇ ਤੂੰ ਸੁੱਖ ਚਾਹੁੰਦਾ ਹੈ ਨਾ ਕਿ ਮੈਨੂੰ ਸੁੱਖ ਮਿਲੇ, ਮਹਾਰਾਜ ਕਹਿੰਦੇ ਫਿਰ ਇੱਕ ਕੰਮ ਕਰਿਆ ਕਰ, ਤੂੰ ਹਮੇਸ਼ਾ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰ, ਹਮੇਸ਼ਾ ਤੇਰੇ ਕੋਲ ਸੁੱਖ ਰਹੇਗਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਔਰ ਸੱਚੀ ਸਰਕਾਰ ਨੇ ਬਚਨ ਕੀਤੇ, ਕਹਿੰਦੇ ਸੁਖ ਮੰਗਤ ਦੁੱਖ ਆਗੇ ਆਵੇ। ਆਦਮੀ ਸੁੱਖ ਮੰਗਦਾ ਹੈ ਪਰ ਦੁੱਖ ਇਹਨੂੰ ਆਪਣੇ ਆਪ ਹੀ ਮਿਲ ਜਾਂਦਾ ਹੈ। ਇਹਨੂੰ ਸਮਝਣ ਦਾ ਯਤਨ ਕਰਨਾ, ਜਿਵੇਂ ਇੱਕ ਸਰੀਰ ਹੈ ਤੇ ਉਹਦਾ ਪਰਛਾਵਾਂ ਜਿਹੜਾ ਹੈ, ਜਦੋਂ ਤੁਸੀਂ ਸੂਰਜ ਵੱਲ ਨੂੰ ਮੁੱਖ ਕਰਕੇ ਚੱਲੋਗੇ ਪਿੱਛੇ ਰਹਿ ਜਾਏਗਾ, ਉਹਦੇ ਵੱਲੇ ਪਿੱਠ ਕਰੋਗੇ ਮੂਹਰੇ ਆ ਜਾਏਗਾ, ਹਨੇਰਾ ਪਵੇਗਾ ਉਹਦਾ ਰਾਤਰੀ ਦੇ ਸਮੇਂ। ਮਹਾਰਾਜ ਸਾਹਿਬ ਕਹਿੰਦੇ ਸੰਸਾਰ ਦੇ ਸੁੱਖ ਜਿਹੜੇ ਨੇ, ਔਰ ਪਰਮਾਤਮਾ ਵੱਲ ਨੂੰ ਮੁੱਖ ਕਰਕੇ ਚੱਲੋਗੇ, ਪਰਮਾਤਮਾ ਨੂੰ ਆਪਣੇ ਜੀਵਨ ਦਾ ਮੁਖੀਆ ਬਣਾ ਕੇ ਟੁਰੋਗੇ, ਸੁੱਖ ਮਿਲਣਗੇ। ਔਰ ਜੇ ਕਿਤੇ ਪਰਮਾਤਮਾ ਤੋਂ ਉਲਟੇ ਪਾਸੇ ਨੂੰ ਪਰਮਾਤਮਾ ਵਾਲੇ ਪਿੱਠ ਕਰਕੇ ਤੁਰੋਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਤੁਹਾਨੂੰ ਦੁੱਖ ਮਿਲੇਗੀ, ਔਰ ਹਨੇਰਾ ਆ ਜਾਏਗਾ ਅਗਿਆਨਤਾ ਦਾ, ਅਵਿਦਿਆ ਦਾ, ਜਿਹੜਾ ਤੁਹਾਨੂੰ ਔਰ ਸੰਸਾਰ ਦੇ ਵਿੱਚ ਕੁਰਾਹੇ ਪਾ ਦੇਵੇਗਾ। ਮਹਾਰਾਜ ਕਹਿੰਦੇ ਸੁਖ ਮੰਗਤ ਦੁੱਖ ਆਗੇ ਆਵੇ। ਭਗਤ ਕਬੀਰ ਸਾਹਿਬ ਕਹਿੰਦੇ ਮੰਗਿਆ ਤਾਂ ਸੁੱਖ, ਮਿਲ ਗਿਆ ਦੁੱਖੇ, ਭਾਲਦਾ ਸੁੱਖ ਹੈ ਮਨੁੱਖ ਤੋਂ, ਉਹਨੂੰ ਮਹਾਰਾਜ ਕਹਿੰਦੇ ਆ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਚਾਹੁੰਦਾ ਸੁੱਖ ਹੈ, ਬਹੁਤ ਦੁੱਖਾਂ ਦਾ ਸਾਹਮਣਾ ਕਰਦਾ ਹੈ, ਫਸ ਦੁੱਖਾਂ ਵਿੱਚ ਜਾਂਦਾ ਹੈ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਮਨੁੱਖ ਨੂੰ ਮਨੁੱਖ ਰੱਬ ਮੰਨ ਕੇ ਉਹਦੀ ਸੇਵਾ ਵਿੱਚ ਉਪਸਥਿਤ ਹੋਇਆ ਹੈ। ਕਾਹਦੇ ਵਾਸਤੇ? ਮੈਨੂੰ ਇਹਦੇ ਤੋਂ ਸੁੱਖ ਮਿਲੇ। ਮਹਾਰਾਜ ਕਹਿੰਦੇ ਜਿਹੜੇ ਆਦਮੀ ਤੋਂ ਸੁੱਖ ਲੈਣ ਗਿਆ ਹੈ, ਉਹਦੇ ਕੋਲ ਸਦੀਵੀ ਸੁੱਖ ਨਹੀਂ, ਉਹ ਤਾਂ ਆਪ ਅੱਗੋਂ ਮੰਗਦਾ ਹੈ, ਉਹ ਆਪ ਕਦੇ ਦੁਖੀ ਹੁੰਦਾ ਹੈ, ਫਿਰ ਤੈਨੂੰ ਕਿਵੇਂ ਸੁੱਖ ਦੇ ਦੇਵੇਗਾ? ਮਹਾਰਾਜ ਕਹਿੰਦੇ ਲੈਣ ਤਾਂ ਗਿਆ ਸੀ ਸੁੱਖ, ਪਰ ਦੁੱਖ ਅੱਗੋਂ ਹੀ ਮਿਲ ਗਿਆ, ਰਸਤੇ ਵਿੱਚੋਂ ਹੀ ਮਿਲ ਗਿਆ। ਮਹਾਰਾਜ ਕਹਿੰਦੇ ਸੁੱਖ ਮੰਗਤ ਦੁੱਖ ਆਗੇ ਆਵੇ। ਜੇ ਦੁੱਖ ਨੇ ਸੁੱਖ ਦੇ ਮੂਹਰੇ ਆ ਜਾਣਾ ਹੈ, ਸੁੱਖ ਨਾਲੋਂ ਪਹਿਲਾਂ ਦੁੱਖ ਆਣਾ ਹੈ, ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਸੋ ਸੁੱਖ, ਇਹੋ ਜਿਹਾ ਸੁੱਖ ਹਮੂ ਨਾ ਮੰਗਿਆ ਭਾਵੇ। ਮੈਨੂੰ ਨਹੀਂ ਚੰਗਾ ਲੱਗਦਾ, ਮੈਂ ਨਹੀਂ ਚਾਹੁੰਦਾ ਇਸੇ ਸੁੱਖ ਨੂੰ ਜਿਹਨੇ ਦੁੱਖ ਨੂੰ ਪਹਿਲਾਂ ਭੇਜ ਦੇਣਾ। ਦੁਖੀ ਤਾਂ ਮੈਂ ਪਹਿਲਾਂ, ਤੇ ਦੁੱਖ ਉਹਨੇ ਹੋਰ ਭੇਜ ਦਿੱਤੇ। ਕਿਹੜਾ ਸੁੱਖ ਹੈ? ਮਹਾਰਾਜ ਸਾਹਿਬ ਕਹਿੰਦੇ ਵਿਖਿਆ ਅਜੋਹ ਸੁਰਤ। ਹੁਣ ਸੁੱਖ ਕਿਉਂ ਨਹੀਂ ਮਿਲਿਆ? ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਜਿਹੜੇ ਵਿਖਿਆ ਜ਼ਹਿਰ ਵਰਗੇ ਪਦਾਰਥ ਵਿਕਾਰ ਬਦ ਫੈਲੀਆਂ ਨਾ, ਉਹਦੇ ਵਿੱਚ ਅਜੇ ਤੱਕ ਸੁਰਤ ਲੰਪਟ ਹੋਈ ਏ। ਸੁਰਤ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ। ਪਦਾਰਥਾਂ ਦਾ, ਚੌਧਰ ਦਾ, ਔਰ ਰੁਤਬਿਆਂ ਦਾ, ਹਉਮੈ ਦਾ, ਅਪਨੱਤ ਦਾ, ਇਹਨਾਂ ਦਾ ਸੁਰਤ ਨੇ ਸਾਥ ਨਹੀਂ ਛੱਡਿਆ। ਵੇਖਿਆ ਅਜੋਹ ਸੁਰਤ। ਮਹਾਰਾਜ ਕਹਿੰਦੇ ਅਜੇ ਤੱਕ ਸੁਰਤ ਉਹਨਾਂ ਵਿੱਚ ਖੁੱਭੀ ਹੋਈ ਏ। ਸੁਖੇ ਆਸਾ ਕਰਦਾ ਇਹਨਾਂ ਵਿਕਾਰਾਂ ਤੋਂ, ਜ਼ਹਿਰ ਵਰਗਿਆਂ ਤੋਂ, ਜਿਹੜੇ ਮਾਰ ਮਕਾਉਣ ਵਾਲੇ, ਇਹਨਾਂ ਤੋਂ ਆਸਾ ਕਰਦਾ ਸੁੱਖ ਦੀ। ਮਹਾਰਾਜ ਕਹਿੰਦੇ ਸੁੱਖ ਇਹਨਾਂ ਤੋਂ ਨਹੀਂ, ਔਰ ਜੇ ਸੁੱਖ ਚਾਹੁੰਦਾ ਹੈ ਤੇ ਆਸਾ ਰਾਮ ਦੀ ਕਰ, ਭਗਵਾਨ ਦੀ ਕਰ, ਇਹਨਾਂ ਵਿਸ਼ਿਆਂ ਤੋਂ ਨਹੀਂ ਸੁੱਖ ਮਿਲਨੇ। ਮਹਾਰਾਜ ਬਚਨ ਕਰਦੇ ਆ, ਆਸਾ ਕਰੀਏ ਰਾਮ ਕੀ, ਅਵਰਹਿ ਆਸ ਨਿਰਾਸ। ਮਹਾਰਾਜ ਕਹਿੰਦੇ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਕਿਵੇਂ ਪਰਮਾਤਮਾ ਜਿਹੜਾ ਸਾਰਿਆਂ ਦਾ ਰਾਜਾ ਸਰੂਪ ਇਹਨਾਂ ਰਮਿਆ ਹੋਇਆ, ਉਹਦੇ ਵਿੱਚ ਕਿਵੇਂ ਵਾਸ ਮਿਲੇ, ਕਿਵੇਂ ਉਹਦੇ ਵਿੱਚ ਇੱਕ ਮਿੱਕ ਹੋ ਜਾਈਏ, ਉਹ ਕਿਸ ਤਰ੍ਹਾਂ ਮਿਲਾਪ ਹੋ ਜਾਵੇ। ਉਹਦੇ ਮਿਲਾਪ ਨਾਲ ਸੁੱਖ ਹੈ, ਤੇ ਉਹਦਾ ਮਿਲਾਪ ਜਾਪ ਨਾਲੇ। ਮਹਾਰਾਜ ਕਹਿੰਦੇ ਸੁੱਖ ਨਾਹੀ
ਬਹੁਤੇ ਧਨ ਖਾਟੈ। ਜੇ ਕੋਈ ਬਹੁਤਾ ਧਨ ਕਮਾ ਲਵੇ ਨਾ ਉਹਦੇ ਨਾਲ ਵੀ ਸੁੱਖ ਨਹੀਂ। ਮੈਂ ਸ਼ਾਇਦ ਕੱਲ੍ਹ ਕੇ ਪਰਸੋਂ ਵੀ ਆਪ ਨੂੰ ਵਿਚਾਰ ਸੁਣਾਈ ਸੀ ਕਿ ਜੇ ਧਨ ਦੀ ਗੱਲ ਕਰੀਏ ਤੇ ਟਾਟੇ ਬਿਰਲੇ ਦੇ ਕੋਲ ਬੜਾ ਧਨ ਸੀ। ਆਖਰਕਾਰ ਔਰ ਉਹ ਦੁਹਾਈਆਂ ਪਿੱਟਦਾ ਸੀ, ਓਏ ਮੇਰੇ ਪੱਲੇ ਕੁਛ ਨਹੀਂ, ਓਏ ਮੈਨੂੰ ਕੋਈ ਬਚਾ ਨਹੀਂ ਸਕਦਾ, ਓਏ ਮੈਂ ਮਰ ਗਿਆ। ਜੇ ਧਨ ਨਾਲ ਸੁੱਖ ਹੁੰਦਾ ਤੇ ਟਾਟਾ ਬਿਰਲਾ ਨਾ ਸਿਰੋਂ ਸਿਰ ਪਿੱਟਦਾ। ਬੜੇ ਬੜੇ ਰਾਹੀਸ਼ ਆਏ, ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਸੁਖ ਨਾਹੀ ਬਹੁਤੇ ਧਨ ਖਾਟੈ, ਸੁਖ ਨਾਹੀ ਪੀਖੈ ਨਿਰਤ ਨਾਟੈ। ਮਹਾਰਾਜ ਕਹਿੰਦੇ ਕੁਝ ਕਹਿੰਦੇ ਆ ਫਲਾਨੀ ਚੀਜ਼ ਦੇਖੀਏ ਬੜਾ ਸਕੂਨ ਮਿਲੇਗਾ, ਬੜੇ ਨਿਰਤਕਾਰੀਆਂ ਬੜੇ ਨਾਟਕ ਸ਼ਾਟਕ ਦੇਖੇ। ਮਹਾਰਾਜ ਕਹਿੰਦੇ ਉਹਨਾਂ ਨਾਲ ਵੀ ਉਹਨਾਂ ਵਿੱਚ ਵੀ ਸੁੱਖ ਨਹੀਂ, ਧਨ ਵਿੱਚ ਵੀ ਸੁੱਖ ਨਹੀਂ। ਮਹਾਰਾਜ ਕਹਿੰਦੇ ਸੁੱਖ ਨਾਹੀ ਬਹੁ ਦੇਸ ਕਮਾਏ, ਬਹੁਤੇ ਦੇਸ਼ਾਂ ਦਾ ਰਟਨ ਕੀਤਾ, ਉੱਥੋਂ ਮਾਇਆ ਪਦਾਰਥ ਚੰਗੇ ਕਮਾਏ, ਉਹਦੇ ਨਾਲ ਵੀ ਸੁੱਖ ਨਹੀਂ, ਉਹਨਾਂ ਦੇਸ਼ਾਂ ਵਿੱਚ ਵੀ ਸੁੱਖ ਨਹੀਂ। ਆਪਣਾ ਦੇਸ਼ ਆਪਣਾ ਘਰ ਛੱਡ ਕੇ ਸੁੱਖ ਵਾਸਤੇ ਹੋਰ ਦੇਸ਼ਾਂ ਦੇ ਵਿੱਚ ਰਟਨ ਕਰਨ ਗਿਆ। ਮਹਾਰਾਜ ਕਹਿੰਦੇ ਸੁੱਖ ਉੱਥੇ ਵੀ ਨਹੀਂ। ਮਹਾਰਾਜ ਕਹਿੰਦੇ ਸਰਬ ਸੁਖਾ, ਔਰ ਸਾਰੇ ਸੁੱਖ ਕਿਤੇ ਨੇ, ਹਰ ਹਰ ਗੁਣ ਗਾਏ। ਰੱਬ ਦੇ ਗੁਣ ਗਾ ਘਰੇ ਬੈਠਾ ਗਾ, ਓਏ ਸੱਜਣਾ ਤੈਨੂੰ ਸੁੱਖ ਮਿਲ ਜਾਵੇਗਾ, ਹਿਰਦੇ ਦੇ ਅੰਦਰ ਸ਼ਾਂਤੀ ਮਿਲੇਗੀ, ਟਿਕਾਓ ਮਿਲੇਗਾ। ਭਾਵੇਂ ਤੁਸੀਂ ਕਾਰੋਬਾਰ ਕਰਦੇ ਹੋਵਾਂ ਤੇ ਭਾਵੇਂ ਤੁਸੀਂ ਘਰੇ ਬੈਠੇ ਹੋਵਾਂ, ਭਾਵੇਂ ਤੁਸੀਂ ਆਪਣਾ ਕੋਈ ਵਪਾਰ ਕਰਦੇ ਹੋਵਾਂ, ਅਗਰ ਰੱਬ ਦੇ ਗੁਣ ਗਾਉਣੇ ਹੋ ਤੁਹਾਨੂੰ ਉਹਦੇ ਵਿੱਚ ਸੁੱਖ ਮਿਲੇਗਾ। ਅਗਰ ਮੇਰੀ ਤਰ੍ਹਾਂ ਠੱਗੀ ਠੋਰੀ ਮਾਰਦੇ ਹੋ ਕਿ ਇੱਥੇ ਚਾਰ ਕੁ ਗੱਲਾਂ ਮੈਂ ਤੁਹਾਨੂੰ ਸੁਣਾ ਦਿੱਤੀਆਂ ਤੇ ਉੱਥੇ ਕਹਿ ਦਿੱਤਾ ਵੀ ਮੇਰੀ ਆ ਲੋੜ ਸੀ, ਮੈਨੂੰ ਪਤਾ ਕਿਸੇ ਨੂੰ ਕਿਸੇ ਲਿਆ ਹੀ ਦੇਣਾ, ਜੇ ਮੇਰੀ ਤਰ੍ਹਾਂ ਠੱਗੀਆਂ ਠੋਰੀਆਂ ਤੇ ਕੰਮ ਰੱਖਿਆ ਫਿਰ ਸੁੱਖ ਨਹੀਂ। ਸੁੱਖ ਆ ਜਦੋਂ ਗੁਣ ਗਾਏ, ਪ੍ਰਭੂ ਨੇ ਤੈਨੂੰ ਧਿਆਇਆ, ਪ੍ਰਭੂ ਨੇ ਮਿਹਰ ਦੀ ਨਦਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੁੱਖ ਲੈਣਾ ਆ ਔਰ ਤਿਸ ਕੀ ਸਰਨੀ ਪਰਮਨਾ, ਓਏ ਮੇਰੇ ਮਨਾ ਉਹਦੀ ਸਰਨ ਪਰ, ਉਹਦੀ ਸਰਨ ਵਿੱਚ ਪੈ। ਜਿਸ ਜੀਵਟ ਅਵਰਣਾ ਕੋਈ, ਜਿਹਦੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂ, ਜਿਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਜਿਸ ਸਿਮਰਤ ਜਿਹਦਾ ਸਿਮਰਨ ਕਰਦਿਆਂ ਹੋਇਆਂ, ਜਿਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਗਣ ਨਾ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ। ਕਹਿੰਦੇ ਜਿਸ ਸਿਮਰਤ ਸੁਖ ਹੋਏ ਘਨਾ, ਉਹਦਾ ਸਿਮਰਨ ਕਰ ਮਨਾ, ਔਰ ਜਿਹਦਾ ਸਿਮਰਨ ਕੀਤਿਆਂ ਘਣਾ ਮੈਨੇ ਹੁੰਦਾ ਹੈ ਬਹੁਤਾ, ਤੈਨੂੰ ਬਹੁਤਾ ਸੁੱਖ ਮਿਲੇਗਾ ਹੀ। ਬਾਹਰ ਦਾ ਵੀ ਤੇ ਅੰਦਰ ਦਾ ਵੀ ਸਿਮਰਨ ਕੀਤਿਆਂ ਦੁੱਖ ਦਰਦ ਨਾ ਮੂਲੇ ਹੋਏ, ਕਦੇ ਤੇਰੇ ਕੋਲ ਦੁੱਖ ਤੇ ਦਰਦ ਨੇੜੇ ਨਹੀਂ ਆਉਣਗੇ, ਕਤਈ ਨਹੀਂ ਆਉਣਗੇ, ਜੇ ਤੂੰ ਉਸ ਮਾਲਕ ਨੂੰ ਜਪੇ, ਉਹਨੂੰ ਆਰਾਧੇ। ਮਹਾਰਾਜ ਕਹਿੰਦੇ ਪੁੱਤਰ ਕਲਤਰ ਲక్ష్ਮੀ ਮਾਇਆ, ਮਾਇਕੀ ਪਦਾਰਥ ਮਾਇਆ ਤੋਂ ਬਣੀਆਂ ਹੋਈਆਂ ਵਸਤੂ, ਤਨ ਪੁੱਤਰ ਵੀ ਮਾਇਆ, ਇਸਤਰੀ ਵੀ ਮਾਇਆ, ਪਤੀ ਵੀ ਮਾਇਆ। ਔਰ ਮਹਾਰਾਜ ਸਾਹਿਬ ਕਹਿੰਦੇ ਇਹ ਮਾਇਆ ਤੋਂ ਬਣੀ ਹੋਈ ਦੌਲਤ ਸਾਰੀ ਪ੍ਰਕਿਰਤੀ, ਸੱਚੇ ਪਾਤਸ਼ਾਹ ਕਹਿੰਦੇ ਇਨਤੀ ਕਹੋ ਕਵਣੇ ਸੁਖ ਪਾਇਆ, ਦੱਸੋ ਹਾਂ ਇਹਨਾਂ ਚੀਜ਼ਾਂ ਤੋਂ ਕਿਸੇ ਨੇ ਸੁਖ ਪਾਇਆ? ਅਸੀਂ ਸਾਰਾ ਸੁਖ ਇਹਦੇ ਤੇ ਮੰਨੀ ਬੈਠੇ। ਜੇ ਘਰ ਵਿੱਚ ਪੈਦਾ ਹੋ ਗਿਆ, ਧੀਆਂ ਆ ਗਈਆਂ, ਪਤੀ ਮਿਲ ਗਿਆ ਅੱਛਾ, ਪਤਨੀ ਮਿਲ ਗਈ ਅੱਛੀ, ਕਾਰੋਬਾਰ ਹੈ, ਮਾਇਆ ਆ ਗਈ ਹੈ ਬਹੁਤ, ਅਸੀਂ ਕਹਿ ਰਹੇ ਮੇਰੀਆਂ ਭਾਵੇਂ ਪੁਸ਼ਤਾਂ ਬੈਠੀਆਂ ਖਾਈ ਜਾਣ, ਕੋਈ ਪਰਵਾਹ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਗੱਲ ਦੱਸੋ, ਇਹਦੇ ਵਿੱਚ ਕਿਸੇ ਨੂੰ ਸੁੱਖ ਮਿਲਿਆ? ਕਿਸੇ ਨੇ ਆਰਾਮ ਕਰ ਲਿਆ ਇਹਦੇ ਵਿੱਚ? ਮਹਾਰਾਜ ਕਹਿੰਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ। ਸੁੱਖ ਪਰਮਾਤਮਾ ਦੇ ਨਾਮ ਵਿੱਚ ਦੱਸੋ, ਜੇ ਕਿਸੇ ਨੇ ਇਹਨੂੰ ਸੁੱਖ ਪਾਇਆ ਹੈ ਤਾਂ ਇਹਨ ਤੇ ਕਹੋ ਕਵਣੇ ਸੁੱਖ ਪਾਇਆ, ਦੱਸੋ ਕਿਸੇ ਨੇ ਸੁੱਖ ਪਾਇਆ? ਤੇ ਇਹ ਵੀ ਨਹੀਂ ਕਿ ਇਹਨਾਂ ਚੀਜ਼ ਗੱਲ ਤੋਂ ਕਤਰਾ ਕੇ ਔਰ ਡਰ ਕੇ ਭੈਭੀਤ ਹੋ ਕੇ ਤੇ ਸਭ ਕੁਝ ਛੱਡ ਕੇ ਭੱਜ ਜਾਣਾ। ਮਹਾਰਾਜ ਕਹਿੰਦੇ ਗੱਲਾਂ ਇਹਨਾਂ ਦੇ ਵਿੱਚ ਉਪਸਥਿਤ ਹੋ ਕੇ
ਕਦੇ ਸੁਖ ਨਹੀਂ, ਸੁਖ ਪਿਆਰ ਇਹਨਾਂ ਵਿੱਚ ਰਹਿ ਕੇ ਸਿਮਰਨ ਕਰਨ ਨਾਲ, ਪਰਮਾਤਮਾ ਨੂੰ ਯਾਦ ਕਰਨ ਨਾਲ, ਪਰਮਾਤਮਾ ਦਾ ਆਰਾਧਨ ਕਰਨ ਦੇ ਨਾਲ ਤਾਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ। ਸੱਚੀ ਸਰਕਾਰ ਕਹਿੰਦੇ ਜਾਓ ਸੁਖ ਕੋ ਚਾਹੇ ਸਦਾ, ਜਿਹੜਾ ਹਮੇਸ਼ਾ ਚਾਹੁੰਦਾ ਹੈ ਕਿ ਮੇਰੀ ਜੀਵਨ ਅੰਦਰ ਮੇਰੀ ਜ਼ਿੰਦਗੀ ਦੇ ਵਿੱਚ ਸੁਖ ਬਣਿਆ ਰਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਦਾ ਸਰਨ ਰਾਮ ਕੀ ਲੈ, ਫਿਰ ਹਮੇਸ਼ਾ ਜੇ ਤੂੰ ਚਾਹੁੰਦਾ ਹੈ ਨਾ ਹਮੇਸ਼ਾ ਸੁਖ ਬਣਿਆ ਰਵੇ, ਮੇਰੇ ਤੋਂ ਦੁੱਖ ਦੂਰ ਰਹਿਣ, ਫਿਰ ਕਹਿੰਦੇ ਹਮੇਸ਼ਾ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਰਹਿ, ਪਰਮਾਤਮਾ ਦੇ ਹੁਕਮ ਵਿੱਚ ਰਹਿ, ਔਰ ਉਹਨੂੰ ਜਪਣਾ ਕਰ, ਉਹਨੂੰ ਆਰਾਧਨਾ ਕਰ, ਸਦਾ ਸਰਨ ਰਾਮ ਕੀ ਲੇਹ, ਬਹੁ ਨਾਨਕ ਸੁਣ ਰੇ ਮਨਾ। ਮਹਾਰਾਜ ਕਹਿੰਦੇ ਦੁਖਿਆ ਨਾ ਸੁਣਾ, ਆਪਣੇ ਮਨ ਨੂੰ ਇਹ ਗੱਲ ਕਹਿ, ਮਨਾ ਜੇ ਤੂੰ ਬਾਹਰ ਦਾ ਅੰਦਰ ਦਾ ਸੁਖ ਚਾਹੁੰਦਾ ਹੈ ਨਾ, ਫਿਰ ਤੂੰ ਰੱਬ ਦੀ ਸ਼ਰਨ ਵਿੱਚ ਆ ਜਾ, ਤੂੰ ਉਹਦੇ ਸਿਮਰਨ ਵਿੱਚ ਜੁਟ ਜਾ, ਤੈਨੂੰ ਦੋਵੇਂ ਪ੍ਰਕਾਰ ਦਾ ਬਾਹਰ ਦਾ ਸੁਖ ਵੀ ਅੰਦਰ ਦਾ ਸੁਖ ਵੀ ਮਿਲੇਗਾ। ਮਹਾਰਾਜ ਕਹਿੰਦੇ ਬਹੁ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਮਹਾਰਾਜ ਕਹਿੰਦੇ ਭਲਿਆ ਆ ਜਿਹੜਾ ਤੈਨੂੰ ਸਰੀਰ ਮਿਲਿਆ ਨਾ ਇਹ ਦੁਰਲਭ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਮਨੁੱਖਾ ਸਰੀਰ ਮਿਲਿਆ, ਸਾਹਿਬ ਕਹਿੰਦੇ ਬਈ ਇਹ ਦੁਰਲਭ ਹੈ, ਔਰ ਇਹਨੂੰ ਨਾ ਲੱਭਣ ਵਾਲਾ ਹੈ, ਇਹਨੂੰ ਅਜ਼ਾਈ ਨਾ ਗਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਔਰ ਭਜੋ ਗੋਬਿੰਦ ਭੂਲ ਮਤ ਜਾਹੂ, ਮਾਨਸ ਜਨਮ ਕਾ ਇਹੀ ਲਾਹੋ। ਔਰ ਮਨੁੱਖ ਦੇਹ, ਇਹ ਮਨੁੱਖਾ ਸਰੀਰ ਜਿਹੜਾ ਇਹਦਾ ਲਾਹਾ ਖੱਟ, ਪਰਮਾਤਮਾ ਨਾਲ ਜੁੜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਅਰਥ ਕਿਵੇਂ ਚਲਾ ਗਿਆ। ਸੱਚੀ ਸਰਕਾਰ ਕਹਿੰਦੇ ਆ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ, ਜਦੋਂ ਮਾਲਕ ਨੂੰ ਛੱਡ ਕੇ ਜੀਵ ਮਾਇਕੀ ਪਦਾਰਥਾਂ ਵਿੱਚ ਜੁਟ ਗਿਆ ਨਾ, ਜਦੋਂ ਕੋਈ ਕਹੇ ਬਈ ਮੈਂ ਦਰਖਤ ਵੱਢ ਦੇਣਾ ਹੈ, ਪੱਟ ਦੇਣਾ ਹੈ, ਖਤਮ ਕਰ ਦੇਣਾ ਹੈ, ਪਰ ਛਾਇਆ ਦੀ ਮੈਨੂੰ ਲੋੜ ਏ, ਛਾਂ ਉਹਦੀ ਦਰਖਤ ਕਰਕੇ ਹੀ। ਕੋਈ ਦਰਖਤ ਨੂੰ ਤਾਂ ਦੇਖਣਾ ਨਹੀਂ ਚਾਹੁੰਦਾ, ਦਰਖਤ ਨੂੰ ਤਾਂ ਆਪਣੇ ਘਰੇ ਲਾਉਣਾ ਨਹੀਂ ਚਾਹੁੰਦਾ, ਤੇ ਰੋਜ਼ ਪੁਕਾਰਾਂ ਕਰੀ ਜਾਂਦਾ, ਦਵਾਈਆਂ ਦਿੱਤੀ ਜਾਂਦਾ, ਗਰਮੀ ਨਾਲ ਮਰੇ ਪਏ, ਸੜੇ ਪਏ, ਮੱਚੇ ਪਏ ਆ, ਔਰ ਕਿਤੇ ਘਰੇ ਛਾਂ ਆ ਜੇ, ਪਹਿਲਾਂ ਛਾਂ ਵਾਸਤੇ ਪ੍ਰਬੰਧ ਤਾਂ ਕਰ, ਬੂਟਾ ਤਾਂ ਲਾ। ਸੱਜਣਾ ਘਰੇ ਸੁਖ ਚਾਹੁਣਾ ਹੈ, ਹਿਰਦੇ ਘਰ ਵਿੱਚ, ਬਾਹਰੀ ਘਰ ਵਿੱਚ ਪਰਮਾਤਮਾ ਨੂੰ ਜਪ, ਪਰਮਾਤਮਾ ਨੂੰ ਆਰਾਧ, ਨਾਮ ਦਾ ਬੀਜ ਬੋ, ਫਿਰ ਵੱਡਾ ਹੋਵੇਗਾ, ਫਿਰ ਸੁਖ ਮਿਲੇਗਾ ਜਿਵੇਂ ਜਿਵੇਂ ਜਪੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਰਲਭੀ, ਇੱਕ ਵੇਰ ਇਹ ਮਿਲ ਗਿਆ, ਮੁੜ ਕੇ ਇਹ ਜਿਹਦੇ ਹੱਥੋਂ ਨਿਕਲ ਗਿਆ ਨਾ ਉਹਨੂੰ ਇਹ ਜੀਵਨ ਲੱਭਦਾ ਨਹੀਂ ਹੋ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਵਾਰ ਵਾਰ ਨਹੀਂ ਮਿਲਦਾ, ਇੱਕੇ ਵੇਰ ਹੀ ਮਿਲਿਆ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ, ਜਿਵੇਂ ਫਲ ਟਹਿਣੀ ਨਾਲ ਲੱਗਿਆ ਤੇ ਉਹ ਪੱਕ ਗਿਆ। ਔਰ ਮਹਾਰਾਜ ਸਾਹਿਬ ਕਹਿੰਦੇ ਭੂਏ ਗਿਰਹਿ, ਫਿਰ ਉਹ ਧਰਤੀ ਤੇ ਡਿੱਗ ਪਵੇ, ਬੌਰ ਨਾ ਲਾਗੇ ਡਰ, ਯਤਨ ਕਰੀ ਜਾਈਏ ਤੇ ਕਦੇ ਵੀ ਉਹ ਟਹਿਣੀ ਦੇ ਨਾਲ ਨਹੀਂ ਜੁੜਦਾ। ਜੇ ਕੋਈ ਉਹਨੂੰ ਰੱਸੀ ਰੁੱਸੀ ਬੰਨ੍ਹ ਕੇ ਨਾਲ ਜੋੜ ਵੀ ਦੇਵੇ, ਉਹ ਸੁੱਕਣ ਲੱਗ ਜਾਂਦਾ, ਕਿਉਂਕਿ ਅੰਦਰੋਂ ਟੁੱਟ ਗਿਆ, ਉਹ ਅੰਦਰੋਂ ਟੁੱਟ ਗਿਆ, ਤੇ ਅੰਦਰੋਂ ਟੁੱਟਣ ਦੇ ਕਾਰਨ ਉਹਦੇ ਵਿੱਚੋਂ ਰਸ ਨਹੀਂ ਜਾ ਰਿਹਾ। ਜੀਵ ਨੂੰ ਜੀਵਨ ਮਿਲਿਆ ਜਿੱਦਣ ਇਹ ਅੰਦਰੋਂ ਸੁਰਤ ਕਰਕੇ ਦਾ ਸੰਬੰਧ ਪਰਮਾਤਮਾ ਨਾਲੋਂ, ਸ਼ਬਦ ਨਾਲੋਂ ਟੁੱਟ ਗਿਆ ਨਾ, ਤੇ ਭਾਵੇਂ ਆ ਬਾਹਰ ਜਿਵੇਂ ਮਰਜ਼ੀ ਅਸੀਂ ਲਿਫਾਫੇ ਬਾਜ਼ੀਆਂ ਮਾਰੀ ਜਾਈਏ, ਜੀ ਮੈਂ ਆ ਹਾਂ, ਮੈਂ ਉਹ ਹਾਂ, ਬੜਾ ਹੈ ਜੀ, ਮੈਂ ਸੇਵਾ ਕਰਦਾ, ਸਿਮਰਨ ਕਰਦਾ। ਮਹਾਰਾਜ ਕਹਿੰਦੇ ਯਤਨ ਕਰੀ ਜਾਈ, ਜਦੋਂ ਅੰਦਰੋਂ ਟੁੱਟ ਗਿਆ ਫਿਰ ਸੁੱਕ ਗਿਆ, ਔਰ ਫਿਰ ਖਤਮ ਹੋ ਗਿਆ। ਬਹੁਰ ਨਾ ਲੱਗੇ ਡਰ, ਪਰਤ ਕੇ ਡਾਲੀ ਨਾਲ ਨਹੀਂ ਲੱਗਦਾ, ਇੱਕ ਵਾਰ ਹੱਥੋਂ ਖੁੰਝ ਗਿਆ ਇਹ ਜੀਵਨ, ਇਹ ਜਨਮ। ਮਹਾਰਾਜ ਕਹਿੰਦੇ ਪਰਤ ਕੇ ਨਹੀਂ ਮਿਲਣਾ, ਇਸ ਕਰਕੇ ਇਹਨੂੰ ਸੰਭਾਲ,
ਇਹਨੂੰ ਮਾਲਕ ਨਾਲ ਜੋੜ, ਇਹਦੇ ਨਾਲ ਮਾਲਕ ਤੱਕ ਪਹੁੰਚ। ਮਾਲਕ ਤੱਕ ਪਹੁੰਚਣ ਵਾਸਤੇ ਇੱਕ ਸੀੜੀ ਦਾ ਕੰਮ ਕਰਦਾ ਹੈ ਸਰੀਰ। ਇਹਦੇ ਦੁਆਰਾ ਜਿਵੇਂ ਸਟੈਪ ਬਾਈ ਸਟੈਪ ਔਰ ਉੱਪਰ ਨੂੰ ਤੁਰੇ ਜਾਈਦਾ ਹੈ ਨਾ, ਔਰ ਇਸੇ ਤਰ੍ਹਾਂ ਸਰੀਰ ਦੇ ਨਾਲ ਹੀ ਸੁਰਤ ਨੂੰ ਸਟੈਪ ਬਾਈ ਸਟੈਪ ਉੱਪਰ ਨੂੰ ਉਠਾਣਾ ਹੈ, ਪ੍ਰਭੂ ਨਾਲ ਮਿਲਾਣਾ ਹੈ, ਪ੍ਰਭੂ ਵਿੱਚ ਮਿਲ ਜਾਣਾ ਹੈ। ਮਹਾਰਾਜ ਸਾਹਿਬ ਮੇਰ ਕਰਦੇ, ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਣ। ਮਹਾਰਾਜ ਕਹਿੰਦੇ ਪਰਮਾਤਮਾ ਕੋਲ ਵੀ ਆਉਂਦੇ ਆ ਨਾ, ਗੁਸਤਾਖੀ ਮਾਫ, ਬਹੁਤਾਦ ਅੰਦਰ, ਗੁਰਦੁਆਰਾ ਅੰਦਰ, ਮੰਦਰ ਮਸਜਿਦ ਅੰਦਰ, ਚਰਚ ਅੰਦਰ ਜਿੰਨੀ ਭੀੜ ਹੈ ਇਹ ਮਾਲਕ ਵਾਸਤੇ ਨਹੀਂ। ਮਾਫ ਕਰਿਆ ਜੇ, ਇਹ ਮਾਲਕ ਵਾਸਤੇ ਨਹੀਂ, ਇਹ ਪਦਾਰਥ ਵਾਸਤੇ ਆ, ਪਰਮਾਰਥ ਵਾਸਤੇ ਨਹੀਂ। ਇਹ ਮਾਇਆ ਵਾਸਤੇ ਆ, ਮਾਲਕ ਵਾਸਤੇ ਨਹੀਂ। ਆਪਾਂ ਜਿੰਨੇ ਕੋ ਬੈਠੇ ਹੁੰਨੇ ਆ, ਧਿਆਨ ਦੇਣਾ, ਇੰਨਿਆਂ ਚੋਂ ਆਪਾਂ ਸਾਰੇ ਕੀ ਮੰਗਦੇ ਆ? ਆਪਾਂ ਕਦੇ ਕਿਹਾ ਕੁਝ ਨਹੀਂ ਚਾਹੀਦਾ, ਮਹਾਰਾਜ ਤੂੰ ਚਾਹੀਦਾ ਹੈ, ਤੇਰਾ ਸਿਮਰਨ ਚਾਹੀਦਾ, ਨਹੀਂ। ਸਾਨੂੰ ਸੁਖ ਚਾਹੀਦਾ ਹੈ, ਤੂੰ ਆਵੇਂ ਜਾਂ ਨਾ ਆਵੇਂ। ਸਾਨੂੰ ਪਦਾਰਥ ਚਾਹੀਦਾ ਹੈ, ਤੂੰ ਆਵੇਂ ਜਾਂ ਨਾ ਆਵੇਂ। ਸਾਡੇ ਘਰੇ ਵਸਤੂ ਭੇਜ ਦੇ, ਕੋਈ ਨਹੀਂ, ਤੂੰ ਤਾਂ ਬਾਅਦ 'ਚ ਵੀ ਆ ਜਾਵੇਂਗਾ। ਮਹਾਰਾਜ ਕਹਿੰਦੇ ਮਾਲਕ ਨੂੰ ਕੋਈ ਨਹੀਂ ਮੰਗਦਾ। ਮਾਇਆ ਕਾਰਨ ਧਾਵਹੀ, ਮਾਇਆ ਕਾਰਨ, ਮਾਇਆ ਵਾਸਤੇ, ਮਾਇਆ ਨੂੰ ਇਕੱਠੀ ਕਰਨ ਵਾਸਤੇ, ਸੁੱਖਾਂ ਨੂੰ, ਪੁੱਤਰਾਂ ਨੂੰ, ਧੀਆਂ ਨੂੰ, ਪਰਿਵਾਰ ਨੂੰ, ਕਾਰੋਬਾਰ ਨੂੰ, ਇਹ ਸਭ ਮਾਇਆ ਹੈ। ਇਹਦੇ ਵਾਸਤੇ ਮਨੁੱਖ ਭੱਜਾ ਫਿਰਦਾ ਹੈ, ਇਹਦੇ ਵਾਸਤੇ ਦੌੜਿਆ ਫਿਰਦਾ ਹੈ। ਇਹਦਾ ਮਤਲਬ ਇਹ ਵੀ ਨਾ ਸਮਝ ਲੈਣਾ ਕਿ ਸ਼ਾਇਦ ਮਹਾਰਾਜ ਕਹਿੰਦੇ ਬਈ ਇਹਦਾ ਤਿਆਗ ਕਰ ਦੇਣਾ, ਬਈ ਪੁੱਤਰ ਨਹੀਂ ਚਾਹੀਦੇ, ਪਰਿਵਾਰ ਨਹੀਂ ਚਾਹੀਦਾ, ਕਾਰੋਬਾਰ ਨਹੀਂ ਚਾਹੀਦਾ, ਘਰ ਘਾਟ ਨਹੀਂ ਚਾਹੀਦਾ, ਰਿਸ਼ਤੇਦਾਰ ਨਹੀਂ ਚਾਹੀਦਾ। ਇਹ ਵੀ ਨਹੀਂ ਜੇ ਇਹਦਾ ਮਤਲਬ। ਇਹਦਾ ਮਤਲਬ ਇਹ ਆ ਕਿ ਮਾਲਕ ਨੂੰ ਤਿਆਗ ਕੇ ਪਦਾਰਥਾਂ ਵੱਲੇ ਦੌੜਨਾ। ਮਹਾਰਾਜ ਇਹ ਨਹੀਂ ਕਹਿੰਦੇ ਕਿ ਸਿੱਖ ਦੇ ਪਾਟੀਆਂ ਲੀਰਾਂ ਪਾਈਆਂ ਹੋਣ। ਅਸੀਂ ਤਾਂ ਜਿਹੜਾ ਨਾ ਗੁਰਸਿੱਖੀ ਤੇ ਔਰ ਸੰਤਗਿਰੀ, ਸਾਧਗਿਰੀ ਅਸੀਂ ਇੱਥੇ ਲਿਆ ਕੇ ਖੜੀ ਕਰ ਦਿੱਤੀ। ਬਈ ਸਿਰ ਉਹਦਾ ਵਾਹਿਆ ਨਾ ਹੋਵੇ, ਸਿਰ ਵਿੱਚ ਜਿਹੜਾ ਆ ਔਰ ਅੱਧਾ ਅੱਧਾ ਇੰਚ ਮਿੱਟੀ ਚੜੀ ਹੋਵੇ, ਨਾਤਾ ਕਈ ਦਿਨਾਂ ਤੋਂ ਨਾ ਹੋਵੇ, ਤੇ ਗੁੜੇ ਗੁੜੇ ਮਿੱਟੀ ਹੋਵੇ ਤਨ ਤੇ, ਹੁਣ ਪਾਟੀਆਂ ਲੀਰਾਂ, ਤੇ ਉਹ ਆਵੇ ਫਿਰ ਸਾਡੇ ਦਰਵਾਜ਼ੇ ਤੇ ਮੰਗਣ ਆਵੇ, ਸਾਡੇ ਤੋਂ ਮੰਗ ਕੇ ਖਾਵੇ। ਫਿਰ ਅਸੀਂ ਕਹਾਂਗੇ ਆ ਤਾਂ ਰੱਬ ਏ ਰੱਬ। ਹੱਦ ਹੋ ਗਈ, ਰੱਬ ਦਾਤਾ ਹੈ ਕਿ ਮੰਗਤਾ ਹੈ? ਰੱਬ ਨੂੰ ਅਸੀਂ ਕੀ ਸਮਝਿਆ? ਪਾਟੀਆਂ ਲੀਰਾਂ। ਜਿਹੜਾ ਸਾਰੇ ਜਗਤ ਨੂੰ ਪਹਿਨਣ ਵਾਸਤੇ ਕੱਪੜਾ ਦੇ ਸਕਦਾ ਹੈ, ਅਸੀਂ ਕਹਿੰਦੇ ਹਾਂ ਇਹਦੇ ਜਪਣ ਵਾਲਾ ਪਾਟੀਆਂ ਲੀਰਾਂ 'ਚ ਹੋਵੇ। ਜਿਹੜਾ ਸਾਰੇ ਜਗਤ ਨੂੰ ਭੋਜਨ ਦੇ ਸਕਦਾ ਹੈ, ਅਸੀਂ ਕਹਿੰਦੇ ਇਹਦੀ ਬੰਦਗੀ ਕਰਨ ਵਾਲਾ ਡਾਲੀ ਕਰਕੇ ਖਾ ਲੈ, ਲੱਤਾਂ ਟੁੱਟੀਆਂ ਸੋ ਸਾਡੇ ਘਰਾਂ ਤੋਂ ਮੰਗੇ। ਮਹਾਰਾਜ ਸਾਹਿਬ ਕਹਿੰਦੇ ਅਰ ਸਜਣਾ ਨਹੀਂ, ਐਸਾ ਉਹਦਾ ਸਰੂਪ ਨਹੀਂ। ਅਸੀਂ ਤਾਂ ਇੱਥੇ ਲਿਆ ਕੇ ਖਲਾ ਕਰ ਦਿੱਤਾ ਉਸਨੂੰ। ਮਹਾਰਾਜ ਕਹਿੰਦੇ ਨਹੀਂ ਸਜਣਾ, ਸੰਸਾਰ ਮਾਲਕ ਵਾਸਤੇ ਨਹੀਂ ਦੌੜਿਆ ਫਿਰਦਾ। ਜਿੰਨੀਆਂ ਪ੍ਰਾਰਥਨਾ ਹੁੰਦੀਆਂ ਨੇ ਗੁਰਦੁਆਰਾ, ਮੰਦਰ, ਮਸਜਿਦ, ਚਰਚ ਘਰਾਂ ਦੇ ਵਿੱਚ, ਧਾਰਮਿਕ ਜਗ੍ਹਾਵਾਂ ਤੇ ਧਾਰਮਿਕ ਲੋਕ ਕਰਦੇ ਨੇ, ਯਾਦ ਰੱਖਣਾ ਇਹ ਰੱਬ ਵਾਸਤੇ ਨਹੀਂ ਹੁੰਦੀਆਂ, ਇਹ ਨਾਮ ਵਾਸਤੇ ਨਹੀਂ ਹੁੰਦੀਆਂ, ਇਹ ਮਾਲਕ ਵਾਸਤੇ ਨਹੀਂ ਹੁੰਦੀਆਂ, ਮਾਇਆ ਤੇ ਪਦਾਰਥਾਂ ਵਾਸਤੇ ਹੁੰਦੀਆਂ ਨੇ। ਇਹ ਸਭ ਪਦਾਰਥਾਂ ਵਾਸਤੇ ਹੁੰਦੀਆਂ। ਮਹਾਰਾਜ ਕਹਿੰਦੇ ਇਹ ਸਭ ਕੁਝ ਮਿਲੇਗਾ, ਇਹਦੇ ਵਿੱਚ ਕਦੇ ਮਾਲਕ ਨੂੰ ਮੰਗ ਲਾ, ਖਾਂ ਦੇਣ ਵਾਲੇ ਦਾਤੇ ਨੂੰ ਮੰਗ ਲਾ ਕਿ ਆ ਮਹਾਰਾਜ ਤੂੰ ਮੇਰੇ ਘਰ ਵਿੱਚ ਆਸਣ ਲਾ। ਆ ਸਾਡੇ ਘਰੇ ਆਉਣਾ ਹੋਵੇ ਕਿਸੇ ਲੀਡਰ ਸਾਹਿਬਾਨ ਨੇ, ਔਰ ਫਿਰ ਅਸੀਂ ਉਹਦੇ ਅਨੁਕੂਲ ਮੰਜਾ ਵਿਛਾਉਣੇ ਆ, ਕੁਰਸੀਆਂ ਡਾਉਣੇ, ਬੜਾ ਟੈਂਟ ਫੈਂਟ ਲਾਉਣੇ ਆ, ਤੇ ਆਪਣੇ ਕੱਪੜੇ ਵੀ ਉਹੋ ਜਿਹੇ ਪਾਉਣੇ ਆ, ਘਰ ਦੀ ਸਾਰੀ ਆਬੋ ਹਵਾ ਉਹੋ ਜਿਹੀ ਬਦਲ ਦਿੰਦੇ ਆ, ਬੜੀਆਂ ਸਜਾਵਟਾਂ ਕਰਦੇ ਆ, ਕਾਰਪੈਟ ਵਿਛਾਉਣੇ ਆ। ਬਈ ਉਹਨੇ ਨੂੰ ਆਉਣਾ ਹੋਇਆ, ਵੱਡੇ ਬੰਦੇ ਨੇ, ਤੇ ਜਿਹਨੇ ਉਹੋ ਜਿਹਾ 2900 ਸੰਸਾਰ ਵਿੱਚ ਭੇਜਿਆ ਨਾ, ਜਿਹੜੇ ਮਾਲਕ ਨੇ, ਉਹਨੇ ਸਾਡੇ ਘਰੇ ਆਉਣਾ ਹੋਵੇ ਤੇ ਇੱਕ ਬੰਦੇ ਨੇ ਆਉਣਾ ਹੈ, ਤੇ ਉਹਦੇ ਅਨੁਕੂਲ ਅਸੀਂ ਵਸਤੂਆਂ ਨੂੰ ਬਣਾਉਣਾ ਹੈ, ਉਹਦੇ ਅਨੁਕੂਲ ਅਸੀਂ ਮਾਹੌਲ ਬਣਾਉਣਾ। ਦੁਹਾਈ ਰੱਬ ਦੀ, ਔਰ ਰੱਬ ਜਿਹਨੇ ਸਭ ਕੁਝ ਦੇਣਾ ਹੈ ਨਾ, ਉਹਦੇ ਅਨੁਕੂਲ ਅਸੀਂ ਘਰ ਦਾ ਮਾਹੌਲ ਵੀ ਨਹੀਂ ਬਣਾਇਆ ਤੇ ਆਪਣੇ ਅੰਦਰ ਦਾ ਵੀ ਨਹੀਂ ਬਣਾਇਆ।
रब ने आना। अपने चो जेड़ा मर्जी पुछ लो, सोशल मीडिया द्वारा सुन रहे ने और आप सुन रहे हो, जे मैनू पुछ लो, तुहानू पुछ लो, रब नू केड़ा नहीं चाहुंदा कि रब दे आउण वाली जगह बना लई है, ओहो जिहा कमरा तैयार कर लिया है, ओहो जिहा माहौल सिरज लिया है, ओहो जिहियां वस्तु घरे हैगियां, हिरदे च बाहरी घर च ओहो जिहा माहौल नहीं बनाया। महाराज कहंदे रब किवें आवे, इत्थे माया वास्ते दौड़दे, मालक वास्ते नहीं। और कौन? मूर्ख लोग, अजान मूर्ख लोग, बेसमझ बेगियात, मालक नूं नहीं चाहुंदे, मालक तो चाहुंदे ने, मालक नूं नहीं चाहुंदे। मालक नूं मनाउंदे ने, मालक नूं मनदे नहीं, मालक नूं अपनी मनाउंदे ने। हर कोई कहंदा मैं आया, मैनूं आ मिलना चाहिदा, मिल जावे, भावें लड़के मिले, भावें चुप करके मिले, मिलना चाहिदा है। महाराज साहब कहंदे कदे मालक नूं भी कह दिया कर, मालक नूं मिलना है, मालक मिल जावे, वो नहीं। महाराज सच्चे पातशाह मेहर करदे ने, ये मूर्ख लोग, आजान बेसमझ बेगियात जेड़े ने और माया नूं चाहुंदे। महाराज कहंदे पुत्र कलत्र लक्ष्मी माया यह तजो जी जानी रे, इन्हां दे विच रह के पकड़न नूं त्याग, इन्हां नूं प्रभु दी दात जान, अपने अंदरों इहदी पकड़ छड्ड ते मालक दी जान, मालक नूं जान और इहदा त्याग कर। कहत कबीर सुनो रे संतो, कहंदे जे तू घर परिवार विच, कारोबार विच, संसार विच रह के अंदर दा अंदरों त्याग कर देवें, पकड़ जकड़ इहदी छड्ड देवें, कहंदे मिल है सारंग पानी रे, फिर वो परमात्मा नूं मिल जावेगा, फिर परमात्मा नाल मिलाप होना ही। महाराज साहब कहंदे नहीं ते जिस गृह बहुत तिसे गृह चिंता, ਜਿਹੜੇ घर ਵਿੱਚ ਬਹੁਤੀ माया आ जावे ना, ਇਹਦਾ पंगा ਇਹ ਆ ਫਿਰ ਉਹਦੇ चिंता ही ਹੁੰਦੀ है। और कोई चिंता नाल इधर ਨੂੰ ਤੁਰਿਆ ਫਿਰਦਾ, कोई उधर ਨੂੰ ਚੁਰਿਆ ਫਿਰਦਾ, ਦੂਜਾ ਦੂਜੇ ਵੱਲੇ ਵੇਖੀ ਜਾਂਦਾ, ਦੂਜਾ ਦੂਜੇ ਵੱਲੇ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ चिंता, ਉਹ चिंता ਵਿੱਚ कि कोई आमदन टैक्स वाला ना पै जावे, कोई दूजे पासों ना ठगी ठोरी वाला ना आ जावे, कोई रात नूं लटेरा ना आ जावे, वो तो इस चिंता दे विच जिहदे कोल बहुती, जिस गृह थोड़ी जिहदे घर विच थोड़ी आ, जिहदे घर विच घाट है और पदार्थ माया है नहीं, सो फिरै परमंता, वो भटकदा फिरदा है, इहनूं पाउण लई, वो संभालण लई भटकदा है और वो पाउण लई भटकदा है। जिहदे थोड़ी है महाराज कहंदे दोहू व्यवस्था ते जो मुगता, जेड़ा ना आई दे और कट्ठी करनी चाहुंदा है ते ना ही इनू देख के मालक नूं भुलदा है, जेड़ा दोनां तो मुगता सोई सुहेला भालीए। महाराज कहंदे ओ सुहावना, ओ भला। महाराज सच्चे पातशाह मेहर करदे ने, ओ भला है। सच्ची सरकार कहंदे हर को नाम सदा सुखदाई, हरि दा नाम सुख देन वाला ही ओनू जप। महाराज सच्चे पातशाह कहंदे ने इत्थे मूर्ख बेसमझ दौड़दे मालक नूं त्याग के, कहो नानक बिन हर भजन, बिना भजन तो, बिना बंदगी तो, बिना आबादत तो, बिना सिमरन तो। और महाराज सच्चे पातशाह कहंदे आ बिरथा जन्म सरान, जन्म व्यर्थ तां गया। महाराज साहब कहंदे जपिया नहीं, जेड़े नाम ने भजन ने और सहायता करनी सी, हर को नाम सदा सुखदाई, जाकू सिमर अजा मल उदरियो। कहंदे जेड़े नाम नू सिमर के ना पापी अजा मल सी और ओदा पार उतारा हो गया। महाराज कहंदे जाकू सिमर अजा मल उदरियो, गणका हू गत पाई। गणका भी तर गई, जेड़ी गणका पापन हुई के पापां दा गलहार परोता। दोवें सिरे दे पापी, अजामल भी ओहो जिहा, गणका भी ओहो जही। सिमरन करके तर गए, गणका हू गत पाई। एदे अजामल दी भी मुक्ति हुई और गणका दी भी मुक्ति हुई। किवें? जदों इन्हां ने सिमरिया, जदों इन्हां ने जपिया, गणका हू गत पाई। कहंदे पंचाली को राज सभा में,
पंचाली कहते ने पंजां पांडवां दी पत्नी जिन्हों द्रौपदी कहने। महाराज कहते जिहड़ी पंचाली सी इनू भी मन अंदर गुमान सी और मेरे सहुरे जिहड़े आ राजपाठ और मेरे सहुरियां दे कोल ऐनी सैना ते मेरे 5 पति तो एक मान नहीं हुंदा, मेरे 5 ते 5 ओ जिन्हां दा सानी कोई नहीं, जिन्हां अगे आड़ी कोई नहीं सकदा। कहते उदय जदों उन्होंने घसीट के घरों लियांदा ना, उहदी पत लाउण लगे, किसे ने राज सभा चो किसे पति ने और कोई कुछ ना कर सकिया। कहते उदों पंचाली नूं सुध खबर हुई कि परमात्मा तो बगैर हुण कोई नहीं बचा सकता। महाराज कहते पंचाली को राज सभा में राजियां दी सभा कचहरी दे विच राम नाम सुध आई, रब दे नाम दी सुध आई कि रब्बा परमात्मा तू हुण लाज रखें तां रहेगी, इत्थे कोई नहीं बचाउण वाला। और राम नाम सुध आई ताको दुख हरियो करना मैं, कृपा दे खजाने ने ओदा दुख दूर किया और उन्हें जदों सिमरिया ना ओदा दुख दूर किया। अपनी पैज बढ़ाई, अपनी पैज रखी, याद करन दी, सिमरन दी, भगत दी और सिमरन करन वाले दी रखी पैज, ओदी पत कोई ला ना सकिया। महाराज सच्चे पातशाह कहंदे कहो नानक बिना हर भजन, परमात्मा दे भजन तो बगैर ना द्रौपदी दा छुटकारा होया, ना अजामल दा, ना गणका दा ते ना ही अपना होना जे। जिन्ना चिर असी सिमरन नहीं करते, नाम नहीं जपदे, महाराज कहंदे बिरथा जन्म सराण, व्यर्थ जन्म चला गया है। किवें? महाराज कहंदे जन्म बिरथा जात, रंग माया कै, माया दे रंग दे विच जन्म व्यर्थ तुरिया जा रहा, अजाई तुरिया जा रहा है। महाराज सच्ची सरकार कहंदे ने अपने जीवन नूं सवार सुधार, संसार दे अंदर आया ते जप। इत्थों तक सच्ची सरकार दे धन गुरु तेग बहादुर महाराज जी दे और श्लोक जेड़े ने 28 हो गए ने। अगे जिमें 19वें श्लोक तो अगे विचार आरंभ होंदी है, जिन्नी क मत बुद्ध बख्शिश करके आप मेहर करके विचार बख्शणगे, उन्नी क विचार करन दा आपां यतन करांगे। अज दी विचार करदे हां बेअंत प्रकार दीयां भुल्लां चुक्कां हो जांदियां ने। आप सतगुरु की संगत, सतगुरु गरीब नवाज बख्शण जोग साहब दे बचन जान के हिरदियां च वसावणे, दास नूं आप संगत दे और सतगुरु दे दर दा कूकर जान के बेअंत भुल्लां दी खिमा इन्नियां को बेनतियां प्रवान अरदास अंदर शामिल होइए। वाहिगुरु जी का खालसा, वाहिगुरु जी के फतेह। तू ठाकुर तुम पहर, जियो पिंड सब, तुम मात पिता हम, कोई न जाने सगल समगरी तुमरे सूतर तारी, तुम ते हो सो तुमरी गातु मित, तुदे आगे अरदास हमारी, जियो पिंड साव, कौ नानक साब तेरी बड़ियाई, कोई ना न जा। वाहिगुरु 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 साहिब जी। अरदास एक ओंकार श्री वाहिगुरु जी की फतेह। श्री भगवती सहाय बार श्री भगवती जी के पातशाही दसवीं प्रथम भगवती सिमर कै, गुरु नानक लैते आए, फिर अंगद गुर ते अमरदास रामदासन सहाय। अर्जन हरगोबिंद नौ सिमरो श्री हराए, श्री हर कृष्ण ध्याईऐ, डिठै सदुख जाए, तेग बद सिमरिया कर नौन दावे धाए। सब थाई होना जी सहाय, दसवें पातशाह श्री गुरु गोबिंद सिंह जी महाराज सब थाई होना जी सहाय। दसा पातशाही जोत
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, 40 ਮੁਕਤੀਆਂ ਹਟੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸਕਿਆ, ਦੇਖ ਚਲਾਈ ਤੇਗ ਬਾਈ ਦੇਖ ਕੇ ਅੰਮ੍ਰਿਤ ਕੀਤਾ। ਤਿੰਨਾਂ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਾਹਾਈਆਂ, ਤਨਾਰਿਆਂ ਨਾਲ ਚਰਾਏ ਗਏ, ਚਰਖੜੀਆਂ ਤੇ ਚੜੇ, ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਗੁਰਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ। ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਤ ਕੀ ਪਾਏ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਮਾ ਉੱਚੀ ਮਤ ਪਾਦਾ ਰਾਖਾ, ਕਾਲਪੁਰਖ ਵਾਹਿਗੁਰੂ ਕਾਲਪੁਰਖ ਆਪ ਜੀ ਆਪਣੇ ਪੰਥ ਸਹਾਈ ਦਾ ਤਾਰ ਜੀ, ਉਸ ਨਨਕਾਣਾ ਸਾਹਿਬ ਤੋਂ ਲੈ ਕਰਕੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਅਰਦਾਸ ਬੇਨਤੀ ਪਾਤਸ਼ਾਹ ਜੀ ਆਦਿ ਪਾਰ ਕਿਰਪਾ ਰਹਿਮਤ ਹੋਈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਸਦੇ ਦੀਵਾਨਾਂ ਵਿੱਚ ਲਾਹੀ ਬਣਦੇ ਨਿਤਨ ਉਪਰੰਤ ਆਸਾ ਦੇ ਬਾਰ ਦੇ ਕੀਰਤਨ, ਲੜੀ ਬਾਰ ਕਥਾ ਵਿਚਾਰੋ ਪਾਤਸ਼ਾਹ ਜੀਓ। ਕਥਾ ਵਿਚਾਰ ਕਰਦਿਆਂ ਕੋਲੋਂ, ਕੀਰਤਨ ਕਰਦਿਆਂ ਕੋਲੋਂ, ਲਾਹੀ ਬਾਣੀ ਦੇ ਨਿਤਨੇਮ ਕਰਦਿਆਂ ਕੋਲੋਂ, ਸੇਵਾ ਸੰਭਾਲ ਕਰਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਮਾਫੀ ਬਖਸ਼ ਕਰਨੀ। ਅੱਗੇ ਵਾਸਤੇ ਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ, ਕਥਾ ਵਿਚਾਰ ਕਰਨ ਦਾ, ਸੇਵਾ ਸੰਭਾਲ ਕਰਨ ਦਾ ਬਲ ਨੂੰ ਬਖਸ਼। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬੇਅੰਤ ਸੰਗਤਾਂ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸੰਗਤਾਂ ਨੂੰ ਆਪਣੇ ਦਰੋਂ ਕੋਲ ਗੁਰਸਿੱਖੀ ਦਾਤ ਨਾਮ ਬਣੀ ਦਾ ਪਿਆਰ ਬਖਸ਼ਣਾ, ਚੜ੍ਹਦੀ ਕਲਾ ਬਖਸ਼ ਕਰਨੀ ਦਰ ਕਰਦੇ। ਪ੍ਰੀਤਬਾਨ ਭਾਈ ਸਾਹਿਬ ਭਾਈ ਸੰਦੀਪ ਸਿੰਘ, ਉਹਨਾਂ ਵੱਲੋਂ ਆਪਣੇ ਸਪੁੱਤਰ ਕਾਕਾ ਜਹਾਨਜੀਤ ਸਿੰਘ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਬੱਚੇ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ, ਦੇਹ ਰੋਗਤਾ ਵਾਸਤੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਾਤਸ਼ਾਹ ਜੀ ਉਹ ਦੇਗਾਂ ਦੇ ਵਿੱਚ ਹਿੱਸੇ ਪਾਏ ਨੇ। ਕਿਰਪਾ ਕਰਨੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰੋਂ ਕੋਲ ਗੁਰਸਿੱਖੀ ਦਾਤ ਨਾਮ ਬਣੀ ਦਾ ਪਿਆਰ ਬਖਸ਼ਣਾ, ਚੜ੍ਹਦੀ ਕਲਾ ਬਖਸ਼ ਕਰਨੀ, ਦੀਰਘ ਆਜੂ ਬਖਸ਼ ਕਰਨੀ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ, ਦੇਸ਼ ਕੌਮ ਦੇ ਵਫਾਦਾਰ ਬਣਾਉਣਾ ਪਾਤਸ਼ਾਹ ਜੀ ਉਹ। ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਭੇਟ ਕੀਤੇ ਨੇ, ਆਪ ਜੀ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਭਰਦੇ ਕਜਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋ, ਦਰ ਤੇ ਹਲਵਾ ਕੜਾ ਪ੍ਰਸਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਨੇ, ਆਪ ਜੀ ਦਾ ਪ੍ਰਵਾਨ ਕਰੋ। ਦਰ ਪ੍ਰਵਾਨ ਹੋਇਆ ਕੜਾ ਪ੍ਰਸਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਸਕੇ। ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਜੀ। ਕਿਰਪਾ ਕਰੋ ਆਯੂ ਸੰਗਤ ਨੂੰ ਆਪਣਾ ਲਾਹੀ ਹੁਕਮ ਨਾ ਬਖਸ਼ ਕੇ ਨਦਰੋਂ ਨਦਰ ਨਿਹਾਲ ਕਰੋ। ਹੁਕਮਨਾਮੇ ਉੱਪਰ ਚੱਲਣ ਦੀ ਸੰਗਤਾਂ ਨੂੰ ਸਮਤ ਸੋਝੀ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਵੋਚ ਹੈ। ਖੋਜ ਸਾਧ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ खुआर हुए सब मिलेंगे बचे सर खुआर हुए सब मिलेंगे बचे सर। बोले सो निहाल सत श्री अकाल। वाहिगुरु जी का खालसा वाहिगुरु जी की फतेह। ਸੁਖਮਨੀ ਵਾਲਿਆਂ ਨੂੰ ਚਕਾਤੀ ਹੋਣੀ
ਬਰਾਤ ਵਾਲੇ ਆ ਤੇ ਫਿਰ ਤੂੰ ਚਾਨੀ ਧਾਨ ਕੇ ਵੇਖ ਕੇ ਦਿੰਦਾ ਨਾ ਉਹਨਾਂ ਨੂੰ। ਅੱਛਾ, ਸੁਖਮਣੀ ਸਾਹਿਬ ਵਾਲਿਆਂ ਨੇ ਚਾਨੀ ਲੈ ਕੇ ਜਾਣੀ, ਇਹਨਾਂ ਨੇ ਤਾਂ ਸਟੈਂਡ ਲੈ ਕੇ ਜਾਣਾ ਸੀ ਨਾਲ, ਸਟੈਂਡ ਵਾਲੀ ਚਾਨੀ। ਚੱਲ ਕੋਈ ਨਹੀਂ ਸਾਹਿਬ ਆ। ਵਾਹਿਗੁਰੂ ਸਾਹਿਬ ਜੀਓ। ਦੀਨ ਦਰਦ ਦੁਖ ਭੰਜਨ, ਘਟ ਘਟ ਨਾਥ ਅਨਾਥ। ਸਰਨ ਤੁਮਹਾਰੀ ਆਹਿਓ, ਨਾਨਕ ਕੀ ਪ੍ਰਭ ਸਾਥ। ਸੋ ਕਹੋ ਟਲ ਗੁਰ ਅਹਨਿਸ ਸਹਜ ਸ਼ੋਭਾ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਹੁਵੈ ਸਿਫਤ ਖੁਸ਼ਾਮਦੀ ਨੂਰ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਸਜਨ ਸਚਾ ਪਾਤਸ਼ਾਹ। ਸਿਰ ਜਿਸ ਪਾਸ ਬਹਿਠਿਆ ਸੋਹੀਐ ਸਭਨਾ। ਜਿਸ ਪਾਸ ਬਹਿਠਿਆ ਸੋਹੀਐ ਸਭਨ। ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਉ, ਮਨ ਬਿਲਾਸ ਭਈ ਸਾਹਿਬ ਕੇ। ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ ਪੂਰਨ ਪੈਜ ਰਖਾਈ, ਮਨ ਬਿਲਾਸ ਭਈ ਸਾਹਿਬ ਕੇ। ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।